पढ़ते सुनते आ रहे हैं। दीन दयाल कृपालु दयालु सतगुरु जी साडे कलयुग जीवन दे उपर मेहरबानी करदियां होइयां सानू धुर दरगाही बचनां दे द्वारा चल रही लड़ीवार कथा दे द्वारा सूझ बूझ बख्शिश करते आ रहे ने महाराज दीन दुनी दे मालिक। ओ निर्गुण अकाल पुरख वैगुरु दे बचन सानू समझाउण वास्ते सतगुरां ने सरगुण स्वरूप धारण कीते। भगतां ने इबादत करके भगवान नाल मिलना कीता ते भगवान दे बचन लोक भलाई वास्ते प्रदान कीते। वो बचन धन गुरु ग्रंथ साहिब महाराज दे अंदर सुभाएमान होए साडे लई अज कल्याणकारी साबित हुंदे ने। दयालु सतगुरु दे जो बचन ने धन गुरु ग्रंथ साहिब महाराज जी दे 1379 अंग दे उपर सुभाएमान ने। साहिब बाबा शेख फरीद जी महाराज तिन्हां दी रचना दे द्वारा ये धुर दरगाही बचन बाबा फरीद साहब दे सलोकां दे रूप अंदर साडी विचार अधीन आए ने। सतगुरु गरीब नवाज दयालु प्रभु जी दा जो उपदेश है बंदगी दा रस है बाबा फरीद साहब ने सानू बंदगी इबादत खुदा मालिक दी मार्ग ते उपदेश करन तो पहला जीवन विच उन्हां बचनां नूं कमाया कमा करके सानू दर्शाया है। सतगुरु महाराज साहब कहंदे संसार दे रस जेड़े ने अगर इन्हां दे मगर मनुख तुर पिया है इन्हां नूं स्वाद ले जान के तुर पिया है इन्हां दी खातर जीवन जिउण लग पिया है ते महाराज साहब कहंदे मालिक नूं नहीं मिलेगा। मालिक दे नाम दा रस नहीं आवेगा। महाराज सच्चे पातशाह ने बचन कीते शक्कर खंड निवात गुड़। बाबा फरीद साहब दे बचन ने माखियो माझा दुध सभे वस्तु मिठियां रब न पूजन तुद। भावें संसार दियां तमाम वस्तु मिठास वालियां ने मिठियां ने महाराज कहंदे रब दे बराबर नहीं हो सकदियां। रब दे नाम दे रस दे तुल नहीं हो सकदियां। उदा रस जिन्नू आ जावे वो ये गल कह सकता है जिन्नू वो रस नहीं आया उन्होंने ये रस स्वादले लगते ने। इन्हां दे मंगर मंगर दौड़दा है। महाराज बाबा फरीद साहब कह लगे भलिया संसार विच आया निरंकार वल नूं चलण दा यतन कर उपराला कर तेरा भला हो जाएगा। बाबा फरीद साहब कहंदे फरीदा रोटी मेरी काठ की लावन मेरी भुख। महाराज बाबा फरीद साहब कहंदे ने संसार दे अंदर इबादत करदियां होया बंदगी करदियां परम पिता परमात्मा दे इथों तक भी विद्वान कहते ने कुछ विद्वानां दा मत है कि वह काठ दी लकड़ दी रोटी और लैके तुरे फिरदे सन। जद भुख लगनी उन्होंने चक मार लैना। हुण बाबा साहब नूं भी पता सी कि रोटी है लकड़ दी
ਤੇ ਜਿਹਨੂੰ ਪਤਾ ਹੋਵੇ ਉਹਨੂੰ ਚੱਕ ਥੋੜੋ ਮਾਰੇਗਾ। ਖੈਰ ਉਹਨਾਂ ਦਾ ਆਪਣਾ ਮੱਤ ਏ, ਇਹ ਵੀ ਮੱਤ ਏ ਕਿ ਉਹ ਰੋਟੀ ਉਧਰ ਰੱਖੀ ਹੋਈ ਹੈ ਲੱਕੜ ਦੀ। ਖੈਰ ਬਾਬਾ ਫਰੀਦ ਸਾਹਿਬ ਨੇ ਸਮਝਾਇਆ ਕਿ ਜਿਹੜਾ ਜੀਵ ਰਸਾਂ ਦੇ ਮਗਰ ਦੌੜਦਾ ਹੈ ਨਾ, ਉਹਨੂੰ ਰੱਬ ਨਹੀਂ ਪ੍ਰਾਪਤ ਹੁੰਦਾ। ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਨਾ ਕਿ ਫਰੀਦਾ ਤਨ ਸੁੱਕਾ ਪਿੰਜਰ ਤੀਆ, ਇਹ ਪਿੰਜਰ ਹੋ ਗਿਆ। ਤੇ ਆਪਾਂ ਕਹਿ ਦਿੰਨੇ ਬੰਦਾ ਸੁੱਕ ਕੇ ਪਿੰਜਰ ਹੋ ਗਿਆ, ਲੱਕੜ ਹੋ ਗਿਆ, ਬਈ ਲੱਕੜ ਵਰਗਾ ਹੋ ਗਿਆ। ਹੁਣ ਉਹਦੇ ਤੇ ਚਾਮਿਆ ਸਾਡੇ, ਉਹ ਲੱਕੜ ਥੋੜਾ ਬਣ ਗਿਆ। ਮਹਾਰਾਜ ਬਾਬਾ ਫਰੀਦ ਸਾਹਿਬ ਕਹਿੰਦੇ ਦੁਨੀਆ ਦੇ ਲੋਗੋ ਪਰਮਾਤਮਾ ਨੂੰ ਪਾਉਣੇ ਰਸਾਂ ਗਰਸਾਂ ਵੱਲੋਂ ਸੰਕੋਚ ਕਰੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੋਟੀ ਮੇਰੀ ਕਾਠ ਕੀ, ਔਰ ਕਹਿੰਦੇ ਉਹ ਰੋਟੀ ਜਿਹੜੀ ਆ ਔਰ ਉਹ ਜਿਹੋ ਜੀ ਰੁੱਖੀ ਸੁੱਕੀ ਮਿਲ ਗਈ, ਔਰ ਇਹ ਨਾ ਹੋਵੇ ਕਿ ਤੂੰ ਤੁਰਿਆ ਫਿਰੇ ਸੰਸਾਰ ਦੇ ਅੰਦਰ। ਗੱਲ ਪਕੜ ਵਿੱਚ ਆ ਜੂ, ਮੈਂ ਪਹਿਲਾਂ ਸਾਰਾ ਸ਼ਲੋਕ ਪੜ੍ਹ ਦੇਵਾਂ। ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਨ ਮੇਰੀ ਭੁੱਖ, ਜਿੰਨਾ ਖਾਧੀ ਚੋਪੜੀ ਘਨੇ ਸਹਿਣਗੇ ਦੁੱਖ। ਹੁਣ ਚੋਪੜੀ ਦਾ ਮੈਨਾ ਤੁਸੀਂ ਸਮਝਦੇ ਹੋ ਨਾ, ਘਿਓ ਘਾਹ ਲਾਇਆ ਹੋਵੇ ਉਹਦੇ ਤੇ ਚੰਗਾ ਚੰਗਾ ਪਰੌਂਠਾ ਤਲਿਆ ਹੋਵੇ, ਉਹ ਰੱਬ ਨੂੰ ਪ੍ਰਵਾਨ ਹੋ ਜਾਏਗਾ। ਗੁਰੂ ਨਾਨਕ ਸਾਹਿਬ ਮਹਾਰਾਜ ਜਾਂਦੇ ਨੇ ਤੇ ਉਹ ਮਲਕ ਭਾਗੋ ਦੇ ਘਰੇ ਨਹੀਂ ਜਾਂਦੇ, ਮਲਕ ਭਾਗੋ ਦੇ ਪਕਵਾਨ ਪ੍ਰਵਾਨ ਨਹੀਂ ਕਰਦੇ। ਉਹ ਪ੍ਰਵਾਨ ਕੀ ਕਰਦੇ ਨੇ? ਇੱਕ ਕਿਰਤੀ ਸਿੱਖ ਦੇ ਕੋਦਰੇ ਦੀ ਰੋਟੀ ਜਿਹੜੀ ਖੁਸ਼ਕ ਹੈ। ਬਈ ਤੇਰੇ ਜੀਵਨ ਅੰਦਰ, ਤੇਰੇ ਅੰਦਰ ਲਾਲਸਾ ਉਹ ਤਿੰਨ ਵਾਲਿਆਂ ਲਈ ਨਾ ਹੋਵੇ। ਗੁਰੂ ਅਕਾਲ ਨਿਰਗੁਣ ਪਰਮਾਤਮਾ ਮਲਕ ਭਾਗੋ ਵਾਲੇ ਮਾਲ ਪੂੜਿਆਂ ਤੇ ਨਹੀਂ ਉਹ ਰੀਝਦਾ, ਉਹਨਾਂ ਦੇ ਨਾਲ ਪਰਮਾਤਮਾ ਨਹੀਂ ਉਹ ਮਿਲਦਾ। ਤੇਰੇ ਹੱਕ ਹਲਾਲ ਦੀ ਭਾਵੇਂ ਸਜਣਾ ਅੱਧੀ ਰੋਟੀ ਹੋਵੇ, ਖੁਸ਼ਕੀ ਹੋਵੇ, ਤੇ ਉਹ ਜਿਹੜੀ ਏ ਉਹ ਖਾਵੇਂ। ਜੇ ਕਿਸੇ ਦੇ ਤਲੇ ਹੋਏ ਪਰੌਂਠਿਆਂ ਵੱਲੇ ਵੇਂਦਾ ਰਿਹਾ ਨਾ, ਤੇ ਉਹਦੇ ਨਾਲ ਰੱਬ ਨੇ ਮਿਲਣਾ। ਔਰ ਉਹ ਕਿਸੇ ਦਾ ਖੂਨ ਚੂਸਿਆ ਹੋਇਆ ਜਿਹੜਾ, ਉਹ ਖੂਨ ਪੀ ਕੇ ਬਗਾਨਾ ਤੇ ਪਰਮਾਤਮਾ ਨੇ ਮਿਲਣਾ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਿ ਹੱਕ ਹਲਾਲ ਦੀ ਰੋਟੀ, ਔਰ ਜਿਹੜੀ ਹੱਕ ਹਲਾਲ ਦੀ ਰੋਟੀ ਆ ਆਪਣੀ, ਮਹਾਰਾਜ ਸਾਹਿਬ ਕਹਿੰਦੇ ਨੇ ਉਹ ਬੇਸ਼ੱਕ ਚੋਪੜੀ ਵੀ ਨਾ ਹੋਵੇ, ਖੁਸ਼ਕ ਹੋਵੇ, ਤੇ ਜਿਹੜਾ ਖੁਸ਼ਕ ਪ੍ਰਸ਼ਾਦਾ ਹੈ ਨਾ ਉਹ ਗਰਮੀ ਆਦਿ ਚ ਸੁੱਕ ਜਾਂਦਾ ਹੈ, ਕੁੜਕ ਜਾਂਦਾ, ਤੇ ਉਸ ਨੂੰ ਸੁੱਕੇ ਨੂੰ ਵੀ ਖਾ ਲਵੇਂਗਾ, ਉਹ ਤੇਰੇ ਨਾਲ ਵਫਾ ਕਰੂਗੀ। ਉਹ ਸੁੱਕਾ ਵੀ ਖਾ ਕੇ ਤੇਰੇ ਅੰਦਰ ਸੁਰਤ ਤੇਰੀ ਪਰਮਾਤਮਾ ਨਾਲ ਜੁੜੇਗੀ। ਕਿਉਂਕਿ ਭਗਤ ਬਾਬਾ ਕਬੀਰ ਜੀ ਨੇ ਕਿਹਾ ਨਾ, ਭੂਖੇ ਭਗਤ ਨਾ ਕੀਜੈ, ਇਹ ਮਾਲਾ ਆਪਣੀ ਲੀਜੈ। ਭੁੱਖਿਆਂ ਭਗਤੀ ਨਹੀਂ ਹੁੰਦੀ, ਕਿਉਂਕਿ ਮਨ ਨੇ ਜਿੰਨੇ ਮਾਲਕ ਨਾਲ ਜੁੜਨਾ ਹੈ ਨਾ, ਮਾਲਕ ਨਾਲ ਸੁਰਤ ਨੂੰ ਖਿਆਲਾਂ ਨੂੰ ਜੋੜਨਾ ਹੈ। ਕਿਤੇ ਐਸਾ ਨਾ ਹੋਵੇ ਮਨ, ਜਿਹੜਾ ਮਨ ਹੈ ਉਹ ਖਿਆਲ ਚੁੱਲ੍ਹੇ ਵੱਲ ਨੂੰ ਲਿਜਾਵੇ, ਦੂਜੇ ਘਰਾਂ ਵੱਲ ਨੂੰ ਲਈ ਜਾਵੇ, ਬਈ ਉਧਰ ਪੱਕਦੀਆਂ ਹੋਣਗੀਆਂ, ਇੱਧਰ ਪੱਕਦੀਆਂ ਹੋਣਗੀਆਂ। ਸੱਜਣਾ ਰੁੱਖੀ ਸੁੱਖੀ ਖਾ,
ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਰੁੱਖੀ ਸੁੱਖੀ ਖਾ ਕੇ ਨਾ ਤੇ ਪਾਣੀ ਦੇ ਨਾਲ ਪੀਵੇਂ, ਪਾਣੀ ਪੀ ਲਵੇਂ। ਜਦੋਂ ਪਾਣੀ ਪੀ ਲਿਆ ਪੇਟ ਦੇ ਅੰਦਰ ਲੰਘ ਗਿਆ ਕੁਝ, ਕਹਿ ਲੱਗੇ ਉਹ ਤਰਵਾਸ ਹੋਵੇਗਾ। ਮਹਾਰਾਜ ਕਹਿੰਦੇ ਉਹ ਮੇਰੀ ਹੱਕ ਹਲਾਲ ਦੀ ਭਾਵੇਂ ਸੁੱਕੀ ਰੋਟੀ ਰੁੱਖੀ ਰੋਟੀ ਸੀ ਨਾ, ਤੇ ਲਾਵਣ ਦਾ ਅਰਥ ਖਾਣੀ ਕਾਹਦੇ ਨਾਲ, ਨਾਲ ਉਹਨੂੰ ਕਾਹਦੇ ਨਾਲ ਲਾ ਕੇ ਖਾਈਏ। ਅਚਾਰ ਵੀ ਨਹੀਂ, ਸਬਜ਼ੀ ਵੀ ਨਹੀਂ, ਕੁਝ ਵੀ ਨਹੀਂ। ਬਾਬਾ ਫਰੀਦ ਸਾਹਿਬ ਕਹਿੰਦੇ ਜਦੋਂ ਭੁੱਖ ਲੱਗੀ ਹੋਵੇ ਨਾ ਤੇ ਭੁੱਖ ਦੇ ਨਾਲ ਹੀ ਖਾ ਲਈਦੀ ਏ, ਭੁੱਖ ਦੇ ਨਾਲ ਹੀ ਖਾ ਲਈਦੀ ਏ। ਔਰ ਰੁੱਖੀ ਆਪਣੇ ਜੀਵਨ ਵਿੱਚ ਵੀ ਕਈਆਂ ਦੇ ਆਇਆ ਹੋਵੇਗਾ, ਘਰੇ ਚਟਨੀ ਨਾ ਹੋਵੇ, ਨੂਨ ਮਿਰਚ ਨਾ ਹੋਵੇ ਤੇ ਭੁੱਖ ਹੋਵੇ ਲੱਗੀ, ਤੇ ਭਾਵੇਂ ਰੋਟੀ ਉਹ ਠੰਡੀ ਪਈ ਹੋਵੇ ਤੇ ਭਾਵੇਂ ਉਹ ਗਰਮੀ 'ਚ ਕੁੜਕ ਗਈ ਹੋਵੇ, ਦਵਾ ਦਾ ਪਕੜੀ ਦਾ ਉਹਨੂੰ ਵਲੇਟ ਕੇ ਖਾ ਜਾਈਦਾ। ਮਹਾਰਾਜ ਕਹਿੰਦੇ ਉਹ ਜਿਹੜੀ ਭੁੱਖ ਲੱਗੀ ਤੇ ਉਹ ਰੋਟੀ ਖਾਦੀ ਨਾ, ਉਹ ਮੈਂ ਭੁੱਖ ਨੂੰ ਹੀ ਸਬਜ਼ੀ ਬਣਾ ਕੇ ਖਾ ਲਿਆ, ਨਾਲ ਉਹਨੂੰ ਮੇਟ ਦਿੱਤਾ। ਜਿਹਨੂੰ ਭੁੱਖ ਲੱਗੀ ਹੋਵੇ ਨਾ ਸਵਾਦ ਨਹੀਂ ਵੇਖਦਾ, ਉਹ ਪੇਟ ਨੂੰ ਤਰਵਾਸ ਦੇਣ ਲਈ ਦੇਖਦਾ ਹੈ। ਇੱਕ ਸੰਸਾਰ ਦੇ ਵਿੱਚ ਜਿਉਂਦੇ ਨੇ ਖਾਣ ਵਾਸਤੇ, ਜਿਹੜੇ ਖਾਣ ਵਾਸਤੇ ਜਿੰਦਾ ਹੈ ਨਾ ਉਹ ਸਵਾਦ ਭਾਲਦੇ ਨੇ। ਇਹੋ ਜਿਹੀ ਰੋਟੀ ਹੋਵੇ, ਇਹੋ ਜਿਹੀ ਰੋਟੀ ਹੋਵੇ, ਇਹੋ ਜਿਹਾ ਰਸ ਹੋਵੇ, ਆਹ ਖਾ ਲਈਏ, ਆਹ ਖਾ ਲਈਏ, ਉਹ ਖਾਣ ਵਾਸਤੇ ਜਿੰਦਾ ਨੇ। ਇੱਕ ਉਹ ਨੇ ਜਿਹੜੇ ਖਾਂਦੇ ਨੇ ਜਿੰਦਾ ਰਹਿਣ ਵਾਸਤੇ, ਬਈ ਤਨ ਜਿਹੜਾ ਹੈ ਔਰ ਇਹਨੂੰ ਕੁਝ ਖੁਰਾਕ ਦੇ ਕੇ ਰੱਖਣੀ ਆ ਤੇ ਇਹ ਜਿੰਦਾ ਰਵੇ, ਬੰਦਗੀ ਕਰਨੀ, ਇਬਾਦਤ ਕਰਨੀ ਹੈ। ਮਹਾਰਾਜ ਕਹਿੰਦੇ ਉਹ ਸੁੱਕੀ ਰੋਟੀ ਵੀ ਕਿਰਤ ਕਮਾਈ ਦੀ ਜਿਹੜੀ ਆ ਨਾ, ਉਹ ਸੁੱਕੀ ਕਾਠ ਵਰਗੀ ਲੱਕੜ ਵਰਗੀ ਹੋਈ ਪਈ ਆ। ਕਹਿੰਦੇ ਉਹ ਵੀ ਖਾ ਕੇ ਮਾਲਕ ਚੇਤੇ ਆਉਂਦਾ ਹੈ, ਉਹਨੂੰ ਖਾ ਕੇ ਔਰ ਭਾਵੇਂ ਉੱਪਰ ਕੋਈ ਸਬਜ਼ੀ ਕੋਈ ਅਚਾਰ ਕੋਈ ਮਿਰਚ ਨਹੀਂ, ਮੈਂ ਭੁੱਖ ਨੂੰ ਹੀ ਸਬਜ਼ੀ ਅਚਾਰ ਮਿਰਚ ਬਣਾ ਲਿਆ ਤੇ ਉਹਨੂੰ ਛਕ ਕੇ ਠੰਡਾ ਪਾਣੀ ਪੀ ਕੇ ਚੌਂਕੜਾ ਮਾਰ ਕੇ ਉਹਦੀ ਇਬਾਦਤ ਵਿੱਚ ਬੈਠ ਗਿਆ, ਜੁੜ ਗਿਆ ਮਾਲਕ ਨਾਲ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਔਰ ਸਜਣਾ ਜਿਹੜੇ ਸੰਸਾਰ ਵਿੱਚ ਆਏ, ਜਿਨ੍ਹਾਂ ਨੇ ਬੜੇ ਬੜੇ ਪਦਾਰਥ ਖਾਧੇ ਪਰ ਉਹ ਪਦਾਰਥਾਂ ਦੇ ਰਸਾਂ ਵਿੱਚ ਪੈ ਗਏ, ਮਾਲਕ ਦੇ ਨਾਮ ਦਾ ਰਸ ਉਹਨਾਂ ਨੂੰ ਨਹੀਂ ਆਇਆ। ਉਹ ਤਰ੍ਹਾਂ ਤਰ੍ਹਾਂ ਦੇ ਵਿਅੰਜਨਾਂ ਦੇ ਵਿੱਚ ਵਿਅਸਤ ਹੋ ਗਏ। ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਕਿਹਾ ਸੀ, ਜਿਹ ਪ੍ਰਸਾਦ ਛਤ ਹੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ। ਜਿਹਦੀ ਕਿਰਪਾ ਦੇ ਨਾਲ 36 ਪ੍ਰਕਾਰ ਦੇ ਪਦਾਰਥ ਖਾਣਾ ਹੈ ਨਾ, ਪੁਸ਼ਾਕਾਂ ਪਹਿਨਦਾ, ਉਹ ਮਾਲਕ ਨੂੰ ਚੇਤੇ ਕਰਿਆ ਕਰ ਖਾ ਪੀ ਕੇ। ਇਹ ਤਾਂ ਖਾ ਪੀ ਕੇ ਢਿੱਡ ਤੇ ਹੱਥ ਪੈਰ ਫੇਰ ਕੇ ਸੌਂ ਜਾਂਦਾ, ਉੱਠਦਾ ਫੇਰ ਕੁਝ ਖਾਣ ਨੂੰ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਤ ਉਹਨਾਂ ਦੀ ਏ, ਔਰ ਜਿਨ੍ਹਾਂ ਨੇ ਔਰ ਰਸਾਂ ਗਰਸਾਂ ਵਿੱਚ ਗਰਸੇ ਗਏ ਕਿ ਗੁਰਮੁਖੋ ਕਿਤੇ ਨਾ ਰਸਾਂ ਗਰਸਾਂ ਦੇ ਵਿੱਚ ਨਾ ਗਰਸੇ ਜਾਇਆ ਜੇ। ਬਾਬਾ ਫਰੀਦ ਸਾਹਿਬ ਦੀ ਹਾਲਤ ਨਹੀਂ ਉਪਦੇਸ਼ ਸਾਨੂੰ ਦਿੰਦੇ ਆ। ਇਹ ਨਹੀਂ ਕਿ ਉਹ ਲੱਕੜ ਦੀ ਰੋਟੀ ਬੰਨ ਕੇ ਜਾਂ ਲੱਕੜ ਨੂੰ ਮੂੰਹ ਮਾਰੀ ਗਏ। ਮਹਾਰਾਜ ਨੇ ਕਿਹਾ ਹੈ ਕਿ ਸਜਣਾ ਇੱਥੇ ਸੰਸਾਰ ਅੰਦਰ ਆਇਆ, ਅੰਨਾ ਬਿਨਾ ਨਾ ਹੋਏ ਸੋ ਕਾਲ, ਤਜੇ ਅੰਨ ਨਾ ਮਿਲੇ ਗੋਪਾਲ। ਉਹ ਪਰਮਾਤਮਾ ਨੂੰ ਮਿਲਣਾ ਹੀ ਪ੍ਰਸ਼ਾਦਾ, ਜਿਹਨੂੰ ਅਸੀਂ ਪ੍ਰਸ਼ਾਦਾ ਕਹਿੰਦੇ ਆ ਨਾ, ਇਹਨੂੰ ਥੋੜਾ ਜਿਹਾ ਸਲੋ ਪੜ੍ਹ ਕੇ ਦੇਖੋ। ਪ੍ਰਸ਼ਾਦਾ ਛਕ ਜ਼ਰੂਰ, ਸ਼ਾਦਾ ਨੋਰਮਲ ਭੋਜਨ, ਉਹ ਭੋਜਨ ਨਾ ਖਾ ਜਿਹੜਾ ਤੇਰੀ ਮੱਤ ਮਾਰ ਦੇਵੇ, ਤੈਨੂੰ ਰੱਬ ਚੇਤੇ ਨਾ ਆਉਣ ਦੇਵੇ, ਤੈਨੂੰ ਦੁਰਚਾਰੀ ਬਣਾ ਦੇਵੇ, ਤੈਨੂੰ ਵਿਕਾਰੀ ਬਣਾ ਦੇਵੇ। ਨਾ ਸੌਣ ਲੱਗਿਆ ਰੱਬ ਚੇਤੇ ਆਵੇ, ਨਾ ਅੰਮ੍ਰਿਤ ਵੇਲੇ ਉੱਠਦਿਆਂ ਰੱਬ ਚੇਤੇ ਆਵੇ, ਉਹ ਨਾ ਖਾ। ਕਿਉਂ ਸਾਹਿਬ ਕਹਿੰਦੇ ਜਿਤ ਖਾਧੇ ਤਨ ਪੀੜੀ ਹੈ, ਮਨ ਮੈਂ ਚੱਲੇ ਵਿਕਾਰ। ਔਰ ਉਹ ਨਾ ਖਾ, ਉਹ ਖਾ ਜਿੰਦਾ ਰਵੇਂ, ਮਾਲਕ ਨੂੰ ਜਪ ਸਕੇ। ਬਾਬਾ ਫਰੀਦ ਸਾਹਿਬ ਕਹਿੰਦੇ ਸਜਣਾ ਹੱਕ ਹਲਾਲ ਦੀ ਕਿਰਤ ਦੀ ਕਮਾਈ ਉਹ ਹੋਵੇ
ਤੇ ਔਰ ਭੁੱਖ ਲੱਗੀ ਹੋਵੇ ਤੇ ਸਜਣਾ ਆਬਾਦਤ ਵਿੱਚ ਖਾ ਕੇ ਜੁੜ ਜਾਵੇਂ ਤੇ ਰੱਬ ਤੈਨੂੰ ਮਿਲ ਜਾਵੇਗਾ। ਮਹਾਰਾਜ ਕਹਿੰਦੇ ਜਿਨ੍ਹਾਂ ਖਾਧੀ ਚੋਪੜੀ ਘਨੇ ਸਹਿਣਗੇ ਦੁੱਖ। ਜਿਨ੍ਹਾਂ ਨੇ ਔਰ ਪਿਆਰਿਓ ਪਾਪ ਕੀ ਰੋਟੀ ਖਾਧੀ, ਬੜਾ ਘਿਓ ਚੋਂਦਾ ਹੈ, ਬੜਾ ਘਿਓ ਪਾਇਆ ਹੋਇਆ ਹੈ, ਪਤਾ ਨਹੀਂ ਕੀ ਪੂੜੇ ਤਲੇ ਹੋਏ ਨੇ। ਹੁਣ ਮਲਕ ਭਾਗੋ ਨੇ ਵੀ ਤਲੇ ਸਨ ਨਾ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਨਿਮੰਤਰਣ ਦਿੱਤਾ ਸੀ, ਨਹੀਂ ਸਨ ਗਏ। ਹੱਕ ਹਲਾਲ ਦੀ ਗਏ ਖਾਣ ਗਏ, ਜਿਹਦੇ ਕੋਲ ਕਿਰਤ ਸੀ, ਜਿਹਦੇ ਅੰਦਰ ਭਾਵਨਾ ਸੀ। ਔਰ ਜਦੋਂ ਐਸਾ ਸੁਣਿਆ ਨਾ ਤੇ ਜਿਹੜੇ ਸਨ ਨਾ ਦੁਆਪਰ ਯੁੱਗ ਦੇ ਅਵਤਾਰੀ, ਜਿਨ੍ਹਾਂ ਨੂੰ ਅਸੀਂ ਸ੍ਰੀ ਕ੍ਰਿਸ਼ਨ ਜੀ ਕਹਿੰਦੇ ਆ, ਜਦੋਂ ਉਹ ਵੀ ਦੁਰਯੋਧਨ ਦੇ ਘਰੇ ਗਏ ਤੇ ਵੇਖਿਆ ਦੇ ਅੰਦਰ ਭਾਵਨਾ ਨਹੀਂ। ਉਹ ਬਿਦਰ ਦੇ ਘਰੇ ਗਏ ਚਲੇ, ਉਹਦੇ ਘਰੇ ਰੁੱਖੀ ਸੁੱਕੀ ਖਾਧੀ ਉਹਨੇ। ਤੇ ਜਦੋਂ ਦਿਨੇ ਦੁਰਯੋਧਨ ਨੂੰ ਪਤਾ ਲੱਗਾ, ਉਹਨੇ ਰੌਲਾ ਪਾ ਲਿਆ ਔਰ ਆਇਆ ਸੁਣਿਆ। ਔਰ ਜਦੋਂ ਉਹਨੂੰ ਆਇਆ ਸੁਣਿਆ ਵੀ ਬਿਦਰ ਦੇ ਘਰੇ ਗਿਆ, ਬੋਲੇ ਦੁਰਯੋਧਨ ਹੋਏ ਰੁੱਖਾ, ਘਰ ਸਾਡਾ ਛੱਡ ਕੇ ਤੂੰ ਸਾਡੇ ਮਹਿਲ ਮਾੜੀਆਂ ਛੱਡ ਕੇ ਗੋਲੇ ਦੇ ਘਰ ਜਾਏ ਸੁੱਤਾ। ਉਹ ਤਾਂ ਸਾਡਾ ਨੌਕਰ ਹੈ, ਤੂੰ ਉਹਦੇ ਘਰੇ ਜਾ ਕੇ ਸੌਂ ਗਿਆ। ਕਹਿਣ ਲੱਗੇ ਹਾਂ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਾਜਨ, ਗੁਰੂ ਗ੍ਰੰਥ ਸਾਹਿਬ ਦੇ ਬੋਲ ਹੈ ਜਿਹੜੇ ਹੁਣ ਮੈਂ ਤੁਹਾਨੂੰ ਸੁਣਾਉਣ ਲੱਗਾ। ਰਾਜਨ ਕੌਣ ਤੁਮਾਰੇ ਆਵੈ, ਐਸਾ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹੇ ਭਾਵੈ। ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ। ਤੁਮਰੋ ਦੂਧ ਬਿਦਰ ਕੋ ਪਾਨੋ, ਤੇਰੇ ਘਰ ਦਾ ਦੁਰਯੋਧਨਾ ਦੁੱਧ ਤੇ ਬਿਦਰ ਦੇ ਘਰ ਦਾ ਪਾਣੀ, ਔਰ ਤੇਰੇ ਘਰ ਦੇ ਮਾਲ ਪੂੜੇ ਖੀਰਾ, ਉਹਦੇ ਘਰ ਦਾ ਨੂਨਾ ਸਾਗ ਹੀ। ਔਰ ਕਹਿਣ ਲੱਗੇ ਸਭ ਕੁਝ ਬਰਾਬਰ ਕਰਕੇ, ਕਹਿਣ ਲੱਗੇ ਸਜਣਾ ਤੇਰੇ ਘਰ ਅੰਦਰ ਵਿਕਾਰ ਪਏ ਚੱਲਦੇ, ਈਰਖਾ ਪਈ ਮਚਦੀ, ਉਹਦੇ ਘਰ ਅੰਦਰ ਗੁਣ ਗਾਵਤ ਰਹਿਣ ਬਿਹਾਨੀ। ਉਹਦੇ ਘਰ ਅੰਦਰ ਰੱਬ ਦੇ ਗੁਣ ਗਾਉਂਦਿਆਂ ਰਾਤ ਬਤੀਤ ਹੋਈ। ਉਹ ਭੋਜਨ ਨਾ ਹੋਵੇ ਜਿਹੜਾ ਦੂਜੇ ਪਾਸੇ ਨੂੰ ਪ੍ਰੇਰਿਤ ਕਰ ਦੇਵੇ, ਭਜਨ ਵੱਲ ਨੂੰ ਪ੍ਰੇਰੇ। ਉਹ ਆ ਹੱਕ ਦੀ ਕਮਾਈ, ਬਿਦਰ ਦੀ ਹੱਕ ਦੀ ਕਮਾਈ, ਭਾਈ ਲਾਲੋ ਦੀ ਹੱਕ ਦੀ ਕਮਾਈ। ਦੁਰਯੋਧਨ ਦੀ ਈਰਖਾ, ਦੁਰਯੋਧਨ ਦੇ ਪਾਪ ਦੇ ਪੂੜੇ, ਮਲਕ ਭਾਗੋ ਦੇ ਪਾਪ ਦੇ ਪੂੜੇ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਪਾਸੇ ਸੁੱਕੀ ਰੋਟੀ ਕਿਰਤੀ ਸਿੱਖ ਭਾਈ ਲਾਲੋ ਦੀ ਪਕੜੀ, ਤੇ ਇੱਕ ਪਾਸੇ ਔਰ ਪੂੜਾ ਪਕੜਿਆ ਹੋਇਆ ਉਹਦਾ ਮਲਕ ਭਾਗੋ ਦਾ, ਉਹਦੇ ਵਿੱਚੋਂ ਖੂਨ ਟਪਕਦਾ ਤੇ ਉਹਦੇ ਵਿੱਚੋਂ ਦੁੱਧ। ਔਰ ਸਜਣਾ ਤੇਰੀ ਕਮਾਈ ਦੁੱਧ ਵਰਗੀ ਪਵਿੱਤਰ ਹੋਵੇ, ਰੱਬ ਉਹਨੂੰ ਛਕ ਕੇ ਮਿਲਣਾ ਹੀ, ਖੂਨ ਪੀਣੇ ਨੂੰ ਨਹੀਂ ਮਿਲਣਾ। ਮਹਾਰਾਜ ਸੱਚੀ ਸਰਕਾਰ ਕਹਿੰਦੇ ਆ, ਜਿਨ੍ਹਾਂ ਨੇ ਉਹ ਖੂਨ ਦੇ ਪੂੜੇ ਖਾਧੇ, ਜਿਨ੍ਹਾਂ ਨੇ ਪਾਪ ਦੇ ਪਰੌਂਠੇ ਖਾਧੇ। ਇਹਦਾ ਮਤਲਬ ਇਹ ਨਹੀਂ ਕਿ ਘਰੇ ਤੁਸੀਂ ਜੇ ਪਰੌਂਠੇ ਬਣਾ ਲੈਂਦੇ ਹੋ, ਰੋਟੀਆਂ ਨੂੰ ਘੀ ਘਾਹ ਲਾ ਲੈਂਦੇ ਹੋ ਤੇ ਉਹ ਮਾੜੀ ਗੱਲ ਏ, ਨਹੀਂ। ਤੁਹਾਡਾ ਹੱਕ ਹਲਾਲ ਦੀ ਕਮਾਈ ਹੋਵੇ। ਇਹ ਨਾ ਹੋਵੇ ਕਿਸੇ ਦਾ ਹੱਕ ਵੱਢ ਕੇ ਲਿਆਂਦਾ ਹੋਵੇ, ਕਿਸੇ ਦੇ ਅਥਰੂ ਕੱਢ ਕੇ ਲਿਆਂਦਾ ਹੋਵੇ, ਕਿਸੇ ਦਾ ਖੂਨ ਨਿਚੋੜ ਕੇ ਕਮਾਈ ਕੀਤੀ ਹੋਵੇ। ਮਹਾਰਾਜ ਕਹਿੰਦੇ ਉਹਨਾਂ ਨਾਲ ਰੱਬ ਤੋਂ ਦੂਰੀ ਬਣ ਜਾਣੀ, ਦੂਰ ਚਲਾ ਜਾਏਗਾ। ਜਿਨ੍ਹਾਂ ਨੇ ਖੂਨ ਨਿਚੋੜਿਆ, ਦੂਜਿਆਂ ਨੂੰ ਤਰੋੜਿਆ ਮਰੋੜਿਆ, ਦੁੱਖ ਦਿੱਤੇ, ਮਹਾਰਾਜ ਕਹਿੰਦੇ ਫਿਰ ਉਹ ਘਨੇ ਸਹਿਣਗੇ ਦੁੱਖ। ਜਿਨ੍ਹਾਂ ਨੇ ਮਲਕ ਭਾਗੋ ਵਰਗੇ ਪੂੜੇ ਖਾਧੇ, ਦੁਰਯੋਧਨ ਵਰਗੇ ਪੂੜੇ ਖਾਧੇ, ਤੇ ਦੁਰਯੋਧਨ ਨੂੰ ਕੋਈ ਉਸ ਵੇਲੇ ਕਹਿੰਦਾ ਨਹੀਂ ਸੀ ਇਹਦੀ ਹਾਰ ਹੋਵੇਗੀ, ਤੇ ਉਹਦਾ ਰਿਹਾ ਕੱਖ ਨਹੀਂ, ਉਹਦਾ ਬਚਿਆ ਕੁਝ ਨਹੀਂ। ਕਿਉਂਕਿ ਉਹ ਜਿਹਦੇ ਮਰਜ਼ੀ ਜਾ ਕੇ ਧੱਕੇ ਨਾਲ ਕਾਬਜ ਹੋ ਜਾਂਦਾ ਸੀ। ਸੈਨਾ ਬਹੁਤੀ ਸੀ, ਹੰਕਾਰ ਸੀ, ਮਹਾਰਥੀ ਬੜੇ ਸਨ। ਮਹਾਰਾਜ ਕਹਿੰਦੇ ਹੰਕਾਰ ਨੂੰ ਮਾਰੀ, ਧਰਮ ਦੀ ਕਿਰਤ ਕਰ। ਤੇਰੀ ਕਿਰਤ ਵਿੱਚ ਕਰਤਾ ਹਾਜ਼ਰ ਹੋਵੇ, ਤੇ ਕਰਤਾ ਸਭ ਕੁਝ ਜਾਣਦਾ ਹੀ। ਸਜਣਾ ਹੱਕ ਹਲਾਲ ਦੀ ਖਾ, ਤੇ ਰੁੱਖੀ ਸੁੱਕੀ ਆਪਣੀ ਕਿਰਤ ਕਮਾਈ ਦੀ ਖਾ ਕੇ ਰੱਬ ਦਾ ਸ਼ੁਕਰ ਗੁਜ਼ਾਰੀ। ਰੱਬ ਕਿਰਪਾ ਕਰੇਗਾ ਤੇਰੇ ਨਾਲ, ਔਰ ਤੇਰੇ ਸਿਰ ਤੇ ਮਿਹਰ ਦਾ ਹੱਥ ਰੱਖੇਗਾ। ਜਿੰਨਾ ਪਾਪ ਦੇ ਪੂੜੇ ਖਾਧੇ, ਮਹਾਰਾਜ ਕਹਿੰਦੇ ਉਹ ਘਨੇ ਸਹਿਣਗੇ ਦੁੱਖ।
ਉਹ ਦੁਖੀ ਹੋਣਗੇ ਜਿਨ੍ਹਾਂ ਪਾਪ ਕਰ ਕਰਕੇ ਇਕੱਠੇ ਕੀਤੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੁੱਖੀ ਸੁੱਖੀ ਖਾਏ ਕੈ। ਮਹਾਰਾਜ ਕਹਿੰਦੇ ਰੁੱਖੀ ਤੇ ਸੁੱਖੀ, ਰੁੱਖੀ ਉਹਦੇ ਨਾਲ ਕੁਝ ਨਹੀਂ ਖਾਣ ਨੂੰ, ਸੁੱਕੀ ਔਰ ਕਈ ਦਿਨਾਂ ਦੀ ਬੇਹੀ ਰੋਟੀ ਘਰੋਂ ਖਾ ਲਈ ਕਿਸੇ ਦੇ ਪਾਪ ਦੇ ਪੂੜੇ ਖਾਣ ਤੋਂ ਗੁਰੇਜ਼ ਕਰੀ। ਆਪਣੇ ਘਰ ਦੀ ਔਰ ਬੇਹੀ ਰੋਟੀ ਖਾ ਲਾਵੀਂ ਸਜਣਾ, ਕਿਸੇ ਦਾ ਖੂਨ ਨਚੋੜ ਕੇ ਨਾ ਖਾਵੀਂ। ਮਹਾਰਾਜ ਕਹਿੰਦੇ ਰੁੱਖੀ ਸੁੱਖੀ ਖਾਏ ਕੈ, ਠੰਡਾ ਪਾਣੀ ਪੀਓ। ਔਰ ਸਜਣਾ ਪਾਣੀ ਦੀਆਂ 4 ਘੁੱਟਾਂ ਇਹਨੂੰ ਖਾ ਕੇ ਪੀ ਲਵੇਂਗਾ, ਤੇਰੇ ਅੰਦਰ ਨੂੰ ਤਪਦੇ ਮਨ ਨੂੰ ਸ਼ਾਂਤੀ ਮਿਲੇਗੀ। ਬੰਦਗੀ ਕਰੇਗਾ, ਇਬਾਦਤ ਕਰੇਗਾ, ਰੱਬ ਚੇਤੇ ਆਵੇਗਾ ਹੀ। ਮਹਾਰਾਜ ਕਹਿੰਦੇ ਫਰੀਦਾ ਦੇਖ ਪਰਾਈ ਚੋਪੜੀ, ਕਿਸੇ ਦੇ ਪੁਰਾਏ ਦੇ ਪੂੜੇ ਪਾਪ ਦੇ ਪੂੜੇ ਉਹਦੀ ਦੌਲਤ ਸ਼ੋਹਰਤ ਦੇਖ ਕੇ ਨਾ ਤਰਸਾਏ ਜੀਓ। ਇਹ ਨਾ ਕਹੀਂ ਬਈ ਮਵੀ ਇਹਦੇ ਵਾਂਗੂ ਇਕੱਠੀ ਕਰਾਂ, ਉਹਨੇ ਤਾਂ ਗੱਲ ਵੱਢ ਵੱਢ ਕੇ ਕੀਤੀ ਹੋਈ ਆ, ਉਹਨੇ ਤਾਂ ਹੱਕ ਵੱਢ ਵੱਢ ਕੇ ਕੀਤੀ ਹੋਈ ਆ। ਤੇ ਜਿਹੜਾ ਮਾਰਿਆ ਹੱਕ, ਵੱਢਿਆ ਹੱਕ, ਨਚੋੜਿਆ ਹੋਇਆ ਖੂਨ, ਗੁਸਤਾਖੀ ਮਾਫ, ਉਹ ਨਸਾਂ ਚੋਂ ਫਿਰ ਨਚੋੜ ਲੈਂਦਾ ਜੇ। ਗੁਰੂ ਕਹਿੰਦਾ ਹੈ ਸਜਣਾ ਹੱਕ ਦੀ ਖਾ। ਤੇ ਜੋ ਕੁਝ ਆਪਾਂ ਖਾਣੇ ਆ ਨਾ, ਯਾਦ ਰੱਖਣਾ ਕਿਰਤ ਦਾ ਬੜਾ ਵੱਡਾ ਔਰ ਜਿਹੜਾ ਹੈ ਕਾਰਨ ਨੇ ਜੀਵਨ ਵਿੱਚ। ਕਰਤੇ ਨੂੰ ਯਾਦ ਕਰਕੇ ਕਿਰਤ ਕਰ, ਕਿਰਤ ਕਰਕੇ ਅੰਨ ਅਨਾਦ ਲਿਆਂਦਾ। ਤੇ ਸਜਣਾ ਉਹ ਅੰਨ ਅਨਾਦ ਨੇ ਸਾਡੀਆਂ ਨਸਾਂ ਵਿੱਚ ਖੂਨ ਬਣਾਉਣਾ ਹੈ। ਤੇ ਉਹ ਜਿਹੜੇ ਜਿਹੋ ਜੀ ਕਿਰਤ ਆਈ, ਅੰਨ ਅਨਾਜ ਖਰੀਦਿਆ, ਉਹਦਾ ਰੂਪ ਬਦਲਿਆ, ਉਹ ਅੰਨ ਅਨਾਜ ਖਾਧਾ, ਅੰਦਰ ਰੂਪ ਬਦਲਿਆ, ਉਹ ਨਸਾਂ 'ਚ ਖੂਨ ਬਣ ਗਿਆ। ਮਹਾਰਾਜ ਕਹਿੰਦੇ ਦੇਖੀ ਗੁਰੇਜ਼ ਕਰੀ, ਥੋੜੀ ਖਾ ਲਵੀਂ, ਹੱਕ ਦੀ ਖਾਈ, ਖਾ ਕੇ ਕਰਤੇ ਦੀ ਸਿਫਤ ਵਿੱਚ ਜੁੜ ਜਾਈ। ਕਰਤੇ ਨੇ ਕਿਰਪਾ ਕੀਤੀ, ਤੈਨੂੰ ਮਾਲਾ ਮਾਲ ਕਰ ਦੇਵੇਗਾ ਹੀ। ਔਰ ਗੁਰੂ ਨੇ ਦੀ ਨਦਰ ਚੋਂ ਪਾਸੇ ਲੰਘ ਗਿਆ ਸਜਣਾ, ਫਿਰ ਪਤਾ ਨਹੀਂ ਕਿਹੜੇ ਕੁਰਾਏ ਪੈ ਜਾਵੇਂਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਸੇ ਦੇ ਉਸ ਵੱਧ ਦੀ ਦੌਲਤ ਸ਼ੋਹਰਤ ਨੂੰ ਦੇਖ ਕੇ ਆਪਣਾ ਮਨ ਮੈਲਾ ਨਾ ਕਰ, ਕਰਤੇ ਦੇ ਨਾਲ ਜੁੜ। ਕਰਤੇ ਨੇ ਚਾਹਿਆ ਔਰ ਤੇਰੇ ਤੇ ਕਿਰਪਾ ਕਰ ਦੇਵੇਗਾ ਹੀ। ਮਹਾਰਾਜ ਕਹਿੰਦੇ ਐਵੇਂ ਜੀ ਨਾ ਤਰਸਾ ਆਪਣਾ, ਔਰ ਕਿਸੇ ਵੱਲੇ ਤੱਕ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ। ਐਸਾ ਜਦੋਂ ਸੰਸਾਰ ਅੰਦਰ ਹੋਇਆ, ਸੱਚੀ ਸਰਕਾਰ ਮਿਹਰ ਕਰਦੇ ਨੇ। ਅੱਜ ਨਾ ਸੁੱਤੀ ਕੰਤ ਸਿਉ, ਅੰਗ ਮੁੜੇ ਮੁੜ ਜਾਏ। ਮਹਾਰਾਜ ਇੱਥੇ ਉਹ ਗੱਲ ਕਰਦੇ ਨੇ ਸੱਚੀ ਸਰਕਾਰ ਕਿ ਬੰਦਗੀ ਵਾਲੇ ਤੇ ਇਹ ਕਹਿ ਲਓ ਮੋਟੇ ਜੇ ਰੂਪ ਚ ਔਰ ਗੁਰਸਿੱਖ ਪਿਆਰੇ ਜੁੜੇ ਹੋਏ ਤੇ ਮਨਮੁਖ ਜਿਹੜੇ ਟੁੱਟੇ ਹੋਏ ਨੇ। ਮਹਾਰਾਜ ਕਹਿੰਦੇ ਨੇ ਅੱਜ ਨਾ ਸੁੱਤੀ ਕੰਤ ਸਿਉ, ਅੰਗ ਮੁੜੇ ਮੁੜ ਜਾਏ। ਜਾਏ ਪੁੱਛੋ ਡੋਹਾਗਨੀ, ਤੁਮ ਕਿਉਂ ਰਹਿਣ ਵਿਹਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਨਿਤਨੇਮੀ ਪ੍ਰੇਮੀ ਨੇ ਔਰ ਸਿਮਰਨ ਕਰਨ ਵਾਲੇ ਨੇ, ਵਕਤ ਨੂੰ ਖੁੰਝਣ ਨਹੀਂ ਦਿੰਦੇ। ਕਿਤੇ ਸਰੀਰਕ ਕੋਈ ਘਾਟ ਵਾਧ ਹੋ ਜਾਵੇ, ਉਹਨਾਂ ਦਾ ਨੇਮ ਖੁੰਝ ਜਾਵੇ, ਫਿਰ ਉਹਨਾਂ ਨੂੰ ਪੁੱਛ ਕੇ ਦੇਖੇ ਉਹਨਾਂ ਦੀ ਹਾਲਤ ਕੀ ਉਹ ਹਾਵੇ ਤੇ ਹੌਕੇ ਮਾਰਦੇ। ਅੱਜ ਸਮਾਂ ਖੁੰਝ ਗਿਆ, ਸਰੀਰ ਨੇ ਸਾਥ ਨਹੀਂ ਦਿੱਤਾ। ਇੱਕ ਦਿਨ ਸਿਮਰਨ ਨਹੀਂ ਹੋਇਆ, ਇੱਕ ਦਿਨ ਨਿਤਨੇਮ ਨਹੀਂ ਹੋਇਆ, ਇੱਕ ਦਿਨ ਗੁਰਦੁਆਰੇ ਮੰਦਿਰ ਮਸਜਿਦ ਜਾ ਕੇ ਰੱਬ ਦਾ ਦੀਦਾਰ ਨਹੀਂ ਹੋਇਆ, ਇੱਕ ਦਿਨ ਰੱਬ ਦੀ ਯਾਦ ਵਿੱਚ ਸਮਾਂ ਨਹੀਂ ਗੁਜ਼ਾਰਿਆ, ਇੱਕ ਦਿਨ ਅਣਡਿੱਠੇ ਮਾਹੀ ਦੇ ਨਾਲ ਸੁਰਤ ਜੋੜ ਕੇ ਇੱਕ ਮਿਕਤਾ ਹਾਸਲ ਨਹੀਂ ਹੋਈ, ਇੱਕ ਦਿਨ ਪਰਮਾਤਮਾ ਦੀ ਯਾਦ ਵਿੱਚ ਜੁੜ ਕੇ ਉਹਦੇ ਨਾਲ ਮਿਲ ਕੇ ਪ੍ਰੇਮ ਦੇ ਸੰਯੁਕਤ ਹੋ ਕੇ ਸਮਾਂ ਨਹੀਂ ਗੁਜ਼ਾਰਿਆ। ਮਹਾਰਾਜ ਸੱਚੀ ਸਰਕਾਰ ਕਹਿੰਦੇ ਆ ਔਰ ਭਲਿਓ ਜਿਹੜੇ ਮਨਮੁਖ ਟੁੱਟੇ ਹੋਏ ਨੇ, ਰੱਬ ਤੋਂ ਦੂਰ ਨੇ, ਜਾਏ ਪੁੱਛੋ ਡੋਹਾਗਣੀ, ਉਹਨਾਂ ਛੁੱਟੜਾ ਨੂੰ ਜਾ ਕੇ ਪੁੱਛੋ ਤੁਮ ਕਿਉਂ ਰਹਿਣ ਵਿਹਾਏ। ਉਹਨਾਂ ਦੀ ਜ਼ਿੰਦਗੀ ਕਿਵੇਂ ਬਸਰ ਹੁੰਦੀ ਆ, ਉਹਨਾਂ ਦੀ ਜ਼ਿੰਦਗੀ ਦੀ ਰਾਤ ਕਿਵੇਂ ਬਤੀਤ ਹੁੰਦੀ ਆ।
मालिक दे नाल मिले तो बगैर, मालिक दे गुण गाए तो बगैर, कहंदे मेरा तां एक समय किते बंदगी दा समा लंघ जाए, महाराज कहंदे आ हालत आ हुंदी आ कि तड़फन लग जाईदा है। जिन्हां ने कदे बंदगी कीती नहीं, मालिक नूं याद ही नहीं कीता, उन्हां दी की हालत है, उन्हां दी जिंदगी किवें बसर हुंदी। महाराज सच्चे पातशाह मेहर करदे ने, सौरे ढोई ना लहै पईए नाही थाओ। महाराज सच्चे पातशाह कहंदे ने सौरा और संसार पेका घर है, ते सौरा घर है जिथे जाना, इथे जन्म लिया, पले पोषे आ, ये पेका घर है, ते सबना सौरे वंजना, सामुक लावन हार, नानक धन सुहागनी, जिन सह नाल प्यार। सारिया ने संसार तो वंजना जाना है, विदा होना है एक दिन संसार तो। महाराज साहब कहते जिदन तू संसार तो रुखसत होएगा, सच्ची सरकार कहते ने भलिया और ढोई ना लहै। ढोई मैना उत्थे तेनों टिकाना ही नहीं मिलना, तेनों जगह ही नहीं मिलनी जे बंदगी नहीं ना कीती, नितनेम नहीं, सिमरन नहीं, सेवा नहीं, परमात्मा नाल जुड़िया नहीं, उहदी याद विच समा गुजारिया नहीं, ते महाराज साहब कहंदे सजना उत्थे ढोई नहीं मिलनी, जगह नहीं तेनों मिलनी किते बैठन नूं। महाराज साहब कहंदे आ पईए नाही थाओ, इस संसार विच भी तेरे लिए कोई जगह नहीं, इत्थे तेरा टिकाना कोई नहीं। महाराज सच्चे पातशाह कहंदे और ना जी दा पेके घर च टिकाना रवे, ना उहदा सौरे घर विच टिकाना रवे, ते उहदी बदकिस्मती कि वह पति नाल भी विगाड़ लवे, ते फिर रहू किथे। महाराज साहब कहंदे पेका घर तेरा लोक भी विगड़ गया, सिमरन पल्ले नहीं परलोक भी विगड़ गया। परमात्मा नाल तां तेरा संबंध ही कोई नहीं, पता नहीं की ऊल जलूल परमात्मा नूं बोली जाना, परमात्मा दी बरखलाफी करना। महाराज सच्चे पातशाह कहंदे ने सौरे ढोई ना लहै पईए नाही थाओ, फिर वातड़ी ना पुछई। पति जेड़ा है सुख दुख पुछदा नहीं, क्योंकि उहदे नाल बरखलाफी आ, उहदे नाल दूरों दूरी आ। महाराज मेहर करदे ने, सच्ची सरकार कहंदे धन सुहागन नाओ, अपने आप नूं सुहागन कहाउंदी आ, ना पेके घर विच बनी सो, ना सौरे घर विच बनी सो, ना पति नाल बनदी सो। महाराज कहंदे फिर सुहागन केड़ी गल दी, धनता दे योग किवें हो गई। महाराज कहंदे नहीं, और धनता दे योग ओ जिन्हें पेका घर भी सवारिया ते और अगे सौरा घर भी सवार दिता। वो नहीं कि पेका घर भी दुफाड़ करता ते अगला घर भी दुफाड़ कर दिता, बनी पति दे नाल भी ना। और महाराज साहब कहंदे फिर दुख सुख किवें पुछो। सच्ची सरकार कहंदे लोकाई दे अंदर रहंदिया लोकाई नूं भी मिलना बैठन दिता, ते इत्थे कमाई ना कीती, अगे दरगाह दे विच जगह ना बनी, इत्थे रहने आ क्योंकि मालिक दे नाल जिंदे आसरे जाके दिन कटने सन उत्थे बैठना सी ना। महाराज कहंदे इत्थे उन्हें याद ही नहीं कीता, इत्थे उहदी निंदा ही करदा रहा, किवें मालिक नाल जाके बैठ जाएगा। महाराज सच्चे पातशाह मेहर करदे ने, जदों इन्ने बचन कहे गुरु अर्जन देव महाराज सच्चे पातशाह जी नूं सिख कोल बैठे जिहड़े बाणी सुन रहे सी, कहंदे महाराज फिर साडी की हालत होएगी। महाराज कहंदे बाबा फरीद साहब ने उन्हां दी गल कही आ जिन्हां ने अपना लोक भी गवा लिया परलोक भी गवा लिया, ते दोवें थावां गवाचियां किवें जदों मालिक नाल ना बनी, मालिक दे बचनां नूं मन्निया नहीं। जे किते मालिक दे बचनां दे अनुकूल चले, पेका घर भी सवर जावे ते सौरा भी सवर जावे और आपदे निजी जीवन भी सवर जावे। महाराज कहंदे रब नाल जुड़िया नहीं
ते लोक भी गया, लोक गयो पर लोक गवायो, दोवें खत्म हो गए। गुरु नानक साहब महाराज दे फिर बचन कहन लगे, कहंदे जदों ऐसा समा आया, सौरे ढोई ना लहै, पईए ना ही थाओ। महाराज साहब कहंदे जिन्हां नूं सौरे अगे दरगाह विच ढोई नहीं, इत्थे जगह नहीं, महाराज साहब मेहर करदे ने ऐसी हालत हो जावे कि और ओदी कोई बात ना पूछे, आपदे आप नूं सुहागनी कहावे। महाराज कहंदे सौरे पईए कंत की, कंत अगम अथाओ। महाराज कहंदे भावें पेका घर होवे ते भावें होवे सौरा, भावें होवे लोक ते भावें होवे परलोक, सुहागनी ओ जिन्हों अपने तन दा मालक नहीं भुलदा, वो जीव रूप सुहागनी आ। सुख ओनू मिलना है जिन्हों लोक विच रहिंदे आ, पर लोक विच जांदे आ अपना मालक नहीं भुलिया। महाराज साहब कहंदे सौरे पेईए कंत की, इस लोक पेके घर विच भी रब रहे ते कंत की, परमात्मा नूं जाने मेरा मालक है, ओदे बचनां दी उलंघना कदे ना करे, ओदे बचनां नूं मन्ने। महाराज साहब कहंदे ने ओ कंत केड़ा अगम अथाओ, जेड़ा मन दी गमता तो परे, जिहदा थौ टकाना अंत उड़क लभ्या नहीं जा सकदा। कह लगे ओ मालक नाल जुड़े संसार विच रहिंदे आ ते फिर की होवेगा। महाराज कहंदे ओदे पेका भी सबर देगा ते सौरा घर भी सबर जाएगा, और मालक दे नाल सुहागनी बनना है, मालक दे नाल दुतेड़ पाके नहीं, मालक दे नाल सुरत जोड़ के गुरमुख बनना, गुरसिख बनना, संत बनना, साधु बनना, भगत बनना, ऋषि बनना है। जे रब दे नाल ही सुरत नहीं, खुदा नाल, खुदा तो उल्टियां बातां मालक नालों उल्टियां बातां, बेपरदे भाव बना लिया। महाराज कहंदे कदों मिलाप होएगा, कदाचित भी नहीं। सच्ची सरकार कहंदे ओ मालक एडा वड्डा है, नानक सो सुहागनी। महाराज साहब कहंदे ओ सुहागनी है, गुरु नानक साहब कहंदे ओ भागां वाली सुहागण है, जो भावै बेपरवाह, जेड़ा बेपरवाह प्रभु आ ना, और सुहागनी वो है जिहड़ी मालक नूं भा जावे और अपने मालक नूं मनाउण लई जतने, मालक दी खुशी पाउण लई जतने, ना कि मालक नालों संबंध तोड़न दे जतन ने। महाराज साहब कहंदे ओ मालक ने तेरे तो कुछ नहीं लैना, तू अपने अंदर लियाकुता गुण ऐसा श्रृंगार कर गुणा दा, अवगुणा नूं परे कर, जेड़े बोल दे नाल तेरा मालक रुसदा है और ओनू शिकवा आउंदा है, ओ बोल छड्ड, ओ तोर छड्ड और ओ पासा छड्ड दे, मालक दी प्रसन्नता हो जावे। महाराज कहंदे ओ सुहागनी आ। महाराज कहंदे जो भावै बेपरवाह, जेड़ी मालक नूं चंगी लगी, जेनू परवाह किसे दी नहीं, और ओनू जेड़ी चंगी लगी, ਉਹ ਲੋਕ ਦੇ ਅੰਦਰ ਵੀ ਜੀਵ ਰੂਪ ਇਸਤਰੀ, ਭਾਗਾਂ ਵਾਲੀ ਉਹਦਾ ਲੋਕ ਦੇ ਅੰਦਰ ਵੀ ਇੱਜ਼ਤ ਤੇ ਪਰਲੋਕ ਦੇ ਅੰਦਰ ਵੀ ਉਹਦੀ ਇੱਜ਼ਤ ਹੈ। ਮਹਾਰਾਜ ਸੱਚੀ ਸਰਕਾਰ ਨੇ ਬਚਨ ਕੀਤੇ, ਸੱਚੇ ਪਾਤਸ਼ਾਹ ਕਹਿੰਦੇ ਨੇ, ਔਰ ਜਦੋਂ ਐਸੇ ਬਚਨ ਹੋਏ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਆ, ਨਾਤੀ ਧੋਤੀ ਸੰਭਈ ਸੁੱਤੀ ਆਏ ਨਚਿੰਦਾ। महाराज साहब कहंदे संसार दे अंदर नेती तोती धोती आदि कर्म करते ने जी, आ शरीर नो जेड़े कर्म कांड बई ऐं कर लो, आ कर लो और तुहानू रब मिल जाएगा, आ कर लो। महाराज सच्चे पातशाह कहंदे इन्हां नू करदे ने ते करके सब कुछ करके सौ जांदे आ आवेश लिओ के, जपदे नहीं, तुरदे नहीं, अंदरों बदलते नहीं कि आज जी मैं किसी ने क्या तीर्थ जाया, तीर्थां ते इशनान कर आया, आन के फिर उही मनमत पिया करदा, रब तो उल्टे काम पिया करदा।
यात्रा कर आओ, गुरु अस्थानां दी यात्रा कर आया ते आके फिर उही मनमत दे काम करदा पिया जिन्हां तो गुरु ने विवर्जित कीता है। फिर बदलाव की आया, जो कुछ पहला करदा ही उही आण के करन लग पिया। फिर तां ओह गल हो गई, एक भौ लत्थी नहातियां दुई भा चढ़ी असहोर। सजना डबल पाप चढ़ाई फिरदा आ। महाराज साहब कहंदे सजना और निश्चिंत होके ना सौ और परमात्मा नूं आराध। जे रब दे घर वल नूं तुरिया है ना, तैनूं रब चेते होवे, मैनूं बख्श दिया जे कई वार रब दे घर नूं तुरदे आ और दो चार दाने होइए एक दूजे नाल रब दी गल नहीं, फिर चुगलियां करदे तुरे आउने आ। और घरों तुरदे आ पता नहीं किहदी किहदी निंदिया करदे आउने आ। ते कई जोड़ मेलिया ते यात्रा नूं जांदे हो विकार चितवदे तुरे जांदे ने। महाराज साहब कहंदे किवें गल बनेगी रब नाल? सजना रब दे नाल तेरा संबंध किवें जुड़ेगा? सच्ची सरकार कहंदे ने निश्चिंत इन्ने कुकर्म करदा है ते चिंता तो रहते। महाराज कहंदे फरीदा रही सुबेड़ी हिंग दी गई कथूरी गंध। कह लगे सेज विछाई कंतकू किया हब शिगार। इशनान कर लिया, बड़ियां सुगंधियां ला लईयां ते नाल जदों सब कुछ सवार लिया सुधार लिया ना, ते कह लगे सारा हार श्रृंगार करके और चिंता तो रहत होके सौ गया। जीव रूप स्त्री सौ गई ते अंदर अवेसले पन ने वो समा अजाई गवा दिता। महाराज साहब कहते जड़ियां सुगंधियां श्रृंगार वो एवें बेकार चला गया। सच्चे पातशाह कहते एक पासे कोई सुगंधी छिड़क देवे, एक पासे हिंग है ना, आप समझते होवोगे हिंग हुंदी आ होना आउंदे हुंदे आ, हुण तां दुकानां तो भी शायद मिलदी होवे ते नहीं तां जिहड़े आउंदे हुंदे ना कश्मीरीए कपड़ा वेचण वाले उन्हां तो भी मिल जाती सी पहला, हुण दा तां मैनूं पता नहीं। और वो हिंग रखी होवे ते वो दूजी सुगंधी नूं खत्म कर दिंदी, अपना प्रभाव पा दिंदी, ओहदी समैल आउण लग पैंदी है ते वो दूजी सुगंधी नूं खत्म कर दिंदी। महाराज समझाउणा चाहुंदे की आ? महाराज कहंदे देख बहुत कुछ श्रृंगार कर लिया, बड़ा स्नान कर लिया ते चोला भी पहन लिया, अपने आप नूं सब को रब वाला बना लिया बाहरों, ते कहने बना के ते फिर अवेसला हो गया, अंदर हिंग हंकार आ गया, बाहरों सुगंधी और निम्रता फोकी रख लई। और महाराज कहते बाहरों दिखावा दिखाया, अंदर निरंकार नहीं, अंदर हिंग हंकार आ गया। ओदी बदबू ने सारे जिन्ने सी ना और सार नूं दबा लिया और औगण जेड़े जार कर देते। महाराज साहब कहते वो हिंग गई, वो कथूरी जेड़ी कस्तूरी नाम दी सी ना, वो हिंग ने हंकार ने अंदर वसन ना दिती। जे नाम अंदर वसदा ते शांति आउंदी ना, अंदर तां हंकार है। हर जियो हंकार ना भावई, वेद कूक सुनावे। वेदां दा ऋषियां दा ग्रंथां दा ये मंथन है, मत है कि जिथे हंकार है उत्थे निरंकार नहीं होवेगा, जिथे निरंकार है उथे हंकार नहीं होवेगा। महाराज साहब कहते सजना नाम दी और सुगंधी चली गई, हंकार दी बदबू जेड़ी सी वो तन दे विचों लपटां देन लग पई। महाराज साहब मेहर करदे ने जोबन जांदे ना डरा, जे सै प्रीत न जाए। कह लगे आ जोबन जवानी जे जांदी है ते चली जाए, मैनू इहदा डर नहीं। क्यों? जे सै प्रीत न जाए, जे मेरा प्रेम परमात्मा दे नाल लगा रहे, मेरी सुरत जुड़ी रहे और जवानी भी नष्ट हुंदी हो जाए। क्योंकि शरीर इसलिए आ कि निरंकार नाल मिलिया जा सके, परमात्मा नाल जुड़िया जा सके। जदों सुरत जुड़ गई ते तन जांदा है ते चला जावे।
मेरी सुरत ना टुटे। महाराज साहब मेर कर दे, जोबन जांदे ना डरा, जे सै प्रीत ना जाए फरीदा, किती जोबन प्रीत बिन सुख गए कमलाए। बाबा फरीद साहब कहते ने दुनिया दे लोगो और किन्नियां ही जवानियां किन्ने ही शरीर रब दी प्रीति तो बगैर और प्यारियों कमला गए और सुख गए, झड़ गए, अंदरों रस नाम दा शरदा सुख गई, खुश्क ने ते हुण कड़वे बचन बोलते लोग, रब नूं ही पता नहीं की कुछ बोलते। महाराज साहब कहते हैं सजना ऐसा ना कर, अपने जीवन नूं और परमात्मा दे नाल जोड़ ते परमात्मा वल नूं तुर। फरीदा चिंत खठोला वण दुख, बिरह विशावन लेप। महाराज जेड़ा तेरा चिंतन चिंता महाराज ओदा खठोला वो मंजा बनाया है, और खट मैने और छे भी हुंदा है। खठोला दा अर्थ इत्थे विद्वानां ने मंजा कीता है, ते उहदे च वाण किहड़ा है, कहंदे दुख। जेड़े दुख आ ना उहदे नाल चिंता दा मंजा ते जेड़ा दुख आ उहदा वाण बुनिया है, ते बिरह विछोड़ा जेड़ा है प्रभु दा उहदा लेप बिस्तरा बनाया होया है, ते प्रेम दी उपर रजाई है। बिरह विछावण लेप, वो विछोड़े नूं विछाया, ओदी याद विच जुड़े हाँ। कहन लगे इहो हमारा जीवना, तू सहब सच्चे वेख। महाराज चिंता है जीवन निकल ना जाए, इनू मंजा बनाया। बड़े दुख ने, दुखा नू सहार के इबादत करदे पए हां महाराज। और बिरह विछोड़ा है तेरा अंदर मिलाप हो जावे, ये लेप व्रत थले विछाउणा विछाया है, ते वैगुरु प्रेम दी रजाई लई हुई आ। ये मेरा जीवन है, तू मेरे मालिक कृपा करके मेरे वाले वेख, मेरे ते मेहर दी नदर कर, मेरे ते रहमत बरसा। ये साहब बाबा फरीद साहब ने और सानू समझाया है भाई, जिथे धार्मिक कर्म करते हैं, धर्म वाल नूं वधदे आ, धर्म दी किरत ते जीवन विच बदलाव ले आइए। विचार बदल जान, ख्यालात बदल जान, सोच समझ बदले, तां साडे वधदे कदम माड़े पासियों चंगे पासे नूं वधने आरंभ हो जाएंगे। इन्हां दी शुरुआत होवेगी, फिर साडा आया होया सफला हो जाएगा। फिर लोक सुखिए परलोक सुहेले, नानक हर प्रभ आपे मेले दे मावाक अनुसार परमात्मा नाल जुड़ जावांगे। बेअंत भुल्लां दी खिमा, सतगुरु दे बचन जान के सतगुरु की संगत ने हिरदे अंदर वसावने। दास नूं आप संगत दा सतगुरु गुरु गोबिंद सिंह महाराज दे दर दा कूकर जान के बेअंत भुल्लां दी खिमा करनी जी। इन्नियां कू बेनतियां प्रवान करनियां, अरदास अंदर शामिल होइए। वाहिगुरु जी का खालसा, वाहिगुरु जी की फतेह। तू ठाकुर तुम जियो पिंड सब, तुम मात पिता हम, तुमरी कृपा मह प्रथम भगवती सिमरका गुरु नानक लिंग ते आए अंगद के गुरु अमरदास दसवें सहाय अर्जन हरगोबिंद नाम सिमरो श्री हराए।
ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਠੈ ਸਤਿ ਜਾਏ ਤੇਗ ਬਹਾਦਰ ਸਿਮਰਿਆ ਕਾ ਨਾਮ ਗਾਵੇ ਧਾਏ ਸਭ ਥਾਈ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਣਾ ਜੀ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚਾਰ ਸਾਹਿਬਜ਼ਾਦਿਆਂ 40 ਮੁਕਤਿਆਂ ਆਂਟੀਆਂ ਜਪੀਆਂ ਤਪੀਆਂ ਦਿੱਤੀਆਂ ਜਪਿਆ ਬਣ ਸਕਿਆ ਦੇਖ ਚਲਾਈ ਦੇਖ ਬਾਈ ਦੇਖ ਕੇ ਅਡਟ ਕੀਤਾ ਤਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਖਾਲਸਾ ਜੀ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਕਟਾਏ ਕੋਪਰੀਆਂ ਲਾਹੀਆਂ ਦਨਾਰਿਆਂ ਨਾਲ ਚਰਾਏ ਗਏ ਚਰਖੜੀਆਂ ਤੇ ਚੜੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਗੁਰਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਨਾਮ ਧਾਵੈ ਜਿਤਿਆ ਦਾ ਸਦਕਾ ਸਭ ਸੁਖ ਹੋਏ ਜਹਾਂ ਜਹਾਂ ਖਾਲਸਾ ਸਾਹਿਬ ਤਾਹਾਂ ਤਾਹਾਂ ਰਸ਼ਿਆ ਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪਾਇਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਤ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ श्री अमृतसर साहिब जी के दर्शन स्नान चौकियां झंडे बुंगे जुगो जुगे अटल धर्म का जयकार खालसा एक बोल बाले बोलो जी सिखां दा मानी मामा तुझी मत पादा राखा काल पुरख वाहिगुरु काल पुरख आप जी अपने पंज सदा सहाय दतार जिस ननकाना साहिब तो ਲੈ ਕਰਕੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਮਾਣੇ ਦੇ ਨਾਲ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਉਹ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋ ਅਰਦਾਸ ਬੇਨਤੀ ਪਾਤਸ਼ਾਹ ਜੀਓ ਆਪ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਹੋਏ ਦੀਵਾਨਾਂ ਵਿੱਚ ਇਲਾਹੀ ਬਾਣੀ ਦੇ ਨਿਤਨੇਮ ਉਪਰੰਤ ਆਸ ਦੀ ਵਾਰ ਦੇ ਕੀਰਤਨ ਲੜੀਵਾਰ ਕਥਾ ਵਿਚਾਰ ਪਾਤਸ਼ਾਹ ਜੀਓ ਕਥਾ ਵਿਚਾਰ ਕਰਦਿਆਂ ਕੋਲੋਂ ਨਿਤਨੇਮ ਕਰਦਿਆਂ ਕੋਲੋਂ ਕੀਰਤਨ ਕਰਦਿਆਂ ਕੋਲੋਂ ਹੋਈਆਂ ਭੁੱਲਾਂ ਦੀ ਖਿਮਾ ਮਾਫੀ ਬਖਸ਼ ਕਰਨੀ ਅੱਗੇ ਵਾਸਤੇ ਬਾਣੀ ਪੜਨ ਦਾ ਸੇਵਾ ਕਰਨ ਦਾ ਸਿਮਰਨ ਕਰਨ ਦਾ ਬਲ ਤੋਂ ਵਸਣਾ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਬੇਅੰਤ ਸੰਤਾਂ ਨੇ ਪਾਵਨ ਦਰਬਾਰ ਦੀ ਹਾਜ਼ਰੀ ਭਰੀ ਸਭ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਚੱਲਿਆ ਹੋਇਆ ਕਾਰਜ ਲੇਖ ਵਿੱਚ ਲਾਉਣਾ ਸੰਗਤਾਂ ਨੂੰ ਆਪਣੇ ਦਰੋਂ ਕਰੋ ਗੁਰਸਿੱਖੀ ਦਾਤ ਨਾਮ ਬਣਦਾ ਪਿਆਰ ਬਖਸ਼ਣਾ ਚੜ੍ਹਦੀ ਕਲਾ ਬਖਸ਼ ਕਰਨੀ ਕਾਕਾ ਤਰਨਪ੍ਰੀਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਮੁਖਰਾ ਦੇ ਸਮੂਹ ਪਰਿਵਾਰ ਵੱਲੋਂ 51 ਪਾਠ ਸ੍ਰੀ ਸਤਿਗੁਰੂ ਸਾਹਿਬ ਦੇ ਕੀਤੇ ਗਏ ਪਾਤਸ਼ਾਹ ਜੀ ਭੋਗ ਜੀ ਕੀ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਬੱਚੇ ਤੇ ਮਿਹਰ ਭਰਿਆ ਰੱਖਣਾ ਦਰੋਂ ਕਰੋ ਗੁਰਸਿੱਖੀ ਦਾਤ ਨਾਮ ਬਣਦਾ ਪਿਆਰ ਬਖਸ਼ਣਾ ਦੀ ਆਜ ਬਖਸ਼ਣੀ ਮਾਤਾ ਪਿਤਾ ਦਾ ਆਗਿਆਕਾਰ ਬਣਾਉਣਾ ਵਿਦਿਆ ਦਾ ਨਾਮ ਬਖਸ਼ਣਾ ਪਾਤਸ਼ਾਹ ਜੀਓ ਆਪਣੇ ਦਰੋਂ ਕਰੋ ਗੁਰਸਿੱਖੀ ਦਾਤ ਨਾਮ ਬਣਦਾ ਪਿਆਰ ਬਖਸ਼ਣਾ ਚੜ੍ਹਦੀ ਕਲਾ ਬਖਸ਼ ਕਰਨੀ ਪਾਤਸ਼ਾਹ ਜੀਓ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਭੇਟ ਕੀਤੇ ਨੇ ਆਪ ਜੀ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਪਰਲੋਕ ਵਿੱਚ ਪਰਦੇ ਕਰਨ ਨਾਲ ਪਾਤਸ਼ਾਹ ਜੀਓ ਅੰਮ੍ਰਿਤ ਦੇ ਵੇਲੇ ਨੂੰ ਮੁੱਖ ਰੱਖਦੇ ਹੋਏ ਦਰ ਤੇ ਤਿਹਾਵਲ ਕੜਾਹ ਪ੍ਰਸਾਦ ਦੀਆਂ ਦੇਗਾਂ ਸੱਜ ਕੇ ਹਾਜ਼ਰ ਨੇ ਆਪ ਜੀ ਦਰ ਪ੍ਰਵਾਨ ਕਰੋ ਦਰ ਪ੍ਰਵਾਨ ਹੋਇਆ ਕੜਾਹ ਪ੍ਰਸਾਦ ਸਮੂਹ ਸੰਗਤ ਵਿੱਚ ਵਰਤੇ ਜੋ ਜੀ ਸਕੇ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰੋ ਪਾਤਸ਼ਾਹ ਜੀ ਆਇਓ ਸੰਗਤ ਨੂੰ ਆਪਣਾ ਲਾਹੀ ਹੁਕਮ ਬਖਸ਼ ਕੇ ਨਜ਼ਰੋਂ ਨਜ਼ਰ ਨਿਹਾਲ ਕਰੋ ਹੁਕਮਨਾਮੇ ਪਰ ਚੱਲਣ ਦੀ ਸੰਗਤਾਂ ਨੂੰ ਸਮਤ ਸੋਝੀ ਬਖਸ਼ੋ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਦੀ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਕਰੇ ਸਲਾਹ ਸਾਧ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਰਗ ਗੁਰਾਨੀ ਦੇ ਉਹ ਪ੍ਰਭ ਕੋ ਮਿਲ ਬੁਝੈ ਕੁਝ ਸਾਧ ਮੈਂ ਲੈ ਰਾਜ ਕਰੇਗਾ ਖਾਲਸਾ ਆਈ ਰਹੇ ਨਾ ਮਾਰ ਹੋਏ ਸਭ ਮਿਲਣਗੇ ਬੱਚੇ ਸਭ ਸ਼ਰਨ ਦੋ ਮਾਰ ਹੋਏ ਸਭ ਮਿਲਣਗੇ ਬੱਚੇ ਸਭ ਸ਼ਰਨ ਦੋ ਬੋਲੇ ਸੋ ਨਿਹਾਲ ਵਾਹਿਗੁਰੂ ਜੀ
ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਪੰਜਵਾ। ਆਖੈ ਸੁਖ ਨਿਰਮੀਤਾ, ਪਾਛੈ ਆਨੰਦ ਪ੍ਰਭ ਕੀਤਾ। ਪਰਮੇਸ਼ਰ ਵਰਤ ਭੰਡਾਈ, ਫਿਰ ਡੋਲਤ ਕਲਹੁ ਨਾਹੀ। ਆਖੈ ਸੁਖ ਨਿਰਮੀਤਾ, ਪਾਛੈ ਆਨੰਦ ਪ੍ਰਭ ਕੀਤਾ। ਪਰਮੇਸ਼ਰ ਵਰਤ ਭੰਡਾਈ, ਫਿਰ ਡੋਲਤ ਕਲਹੁ ਨਾਹੀ। ਸਾਚੇ ਸਾਹਿਬ ਸਿਉ ਮਨ ਮਾਨਿਆ, ਹਰ ਸਰਵਣ ਅੰਤਰ ਜਾਣਿਆ। ਰਹਾਉ ਸਭ ਜੀਵ ਤੇਰੇ ਦਇਆਲਾ, ਆਪਣੀ ਭਗਤ ਕਰੈ ਪ੍ਰਤਪਾਲਾ। ਆਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਸਭ ਜੀਵ ਤੇਰੇ ਦਇਆਲਾ, ਆਪਣੀ ਭਗਤ ਕਰੈ ਪ੍ਰਤਪਾਲਾ। ਆਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।